ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ। ਸੋ ਪਾਵਨ ਸ਼ਬਦ 51 ਅੰਗ ਦੇ ਉੱਤੇ 797 ਸ਼ਬਦ 97ਵਾਂ ਸ਼ਬਦ ਬਖਸ਼ਿਸ਼ ਕਰ ਰਹੇ ਨੇ। 96 ਸ਼ਬਦ ਹੋ ਚੁੱਕੇ ਨੇ। ਬਹੁਤ ਸਾਰੇ ਪ੍ਰੇਮੀ ਜਨਾਂ ਨੂੰ ਨਹੀਂ ਪਤਾ ਹੋਣਾ ਕਿ ਹੁਣ ਕੱਲ੍ਹ ਤੋਂ ਲੈ ਕੇ ਦੁਪਹਿਰ ਦੇ ਸਮੇਂ ਵੀ 12:15 ਤੋਂ 1:15 ਇਹ ਕਥਾ ਅੱਗੇ ਹੋਈ ਹੈ ਔਰ ਹਰ ਰੋਜ਼ ਸਵੇਰੇ 4-5 ਸ਼ਬਦ ਅਤੇ ਉਸ ਤੋਂ ਅੱਗੇ ਫਿਰ ਦੁਪਹਿਰੇ ਜਿੰਨੇ ਸ਼ਬਦ ਮਹਾਰਾਜ ਕਰਾ ਲੈਂਦੇ ਨੇ। ਸੋ ਇਹਦਾ ਕਾਰਨ ਜੇ ਇੱਕੋ ਸਮੇਂ ਕਥਾ ਕਰੀਏ ਤਾਂ ਰਿਕਾਰਡਿੰਗ ਹੁੰਦਿਆਂ 4 ਸਾਲ ਲੱਗ ਸਕਦੇ ਨੇ। ਇਸ ਕਰਕੇ ਉਹ ਸਮੇਂ ਨੂੰ ਘਟਾਉਣ ਲਈ ਕਥਾ 2 ਵਾਰ ਪ੍ਰਾਰੰਭ ਹੋਈ ਹੈ ਤਾਂ ਕਿ ਥੋੜ੍ਹੇ ਸਮੇਂ ਵਿੱਚ ਕਥਾ ਸੰਗਤਾਂ ਸ਼ਰਵਣ ਕਰ ਲੈਣ। ਜਿੱਥੇ ਨਾਲ ਨਾਲ ਕਥਾ ਉੱਥੇ ਸੰਥਿਆ ਵੀ ਹੋਵੇਗੀ। ਇਸੇ ਤਰ੍ਹਾਂ ਛੇਤੀ ਤੋਂ ਛੇਤੀ ਇਹ ਸੀਡੀਜ਼ ਤਿਆਰ ਹੋ ਕੇ ਸੰਗਤਾਂ ਤੱਕ ਵੀ ਪਹੁੰਚਣ। ਸ਼ਾਮ ਦੀ ਕਥਾ ਦਾ ਸਮਾਂ ਵੀ ਸਮਾਂ ਪਾ ਕੇ ਹੋਰ ਵਧਾਵਾਂਗੇ, ਜਿਸ ਕਰਕੇ ਬਰਾਬਰ ਸੰਪੂਰਨਤਾ ਹੋਵੇ ਔਰ ਸਤਿਗੁਰੂ ਕਿਰਪਾ ਕਰਨ। ਕੱਲ੍ਹ ਦੁਪਹਿਰ ਦੇ ਸਮੇਂ ਤੱਕ ਕੁੱਲ 96 ਸ਼ਬਦ ਹੋਏ ਸਨ। ਆਓ ਅੱਗੇ ਸਤਿਗੁਰੂ ਮਹਾਰਾਜ 5ਵੇਂ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ। ਸੋ ਜਿਸ ਵੇਲੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਮੁਕੰਮਲ ਤਿਆਰੀ ਹੋ ਗਈ ਤਾਂ ਉਸ ਵਕਤ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਸਨਮੁਖ ਸ਼ੁਕਰਾਨੇ ਵਜੋਂ ਇਹ ਸ਼ਬਦ ਮਹਾਰਾਜ ਨੇ ਉਚਾਰਨ ਕੀਤਾ। ਧੰਨ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਸਰੂਪਾਂ ਦੇ ਅੱਗੇ ਬੇਨਤੀ ਕੀਤੀ। ਸ੍ਰੀ ਰਾਗ ਦੇ ਵਿੱਚ ਪੰਚਮ ਪਿਤਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ। ਘਰ 7ਵੇਂ ਘਰ ਸੁਰਤਾਲ ਗਾਉਣ ਦਾ ਹੁਕਮ ਕਰਦੇ ਨੇ। ਰਾਗੀ ਸਿੰਘਾਂ ਲਈ ਰਹਾਉ ਦੀਆਂ ਪੰਕਤੀਆਂ ਨੇ। ਸੁਹੇਲਾ ਕਹਿਨ ਕਹਾਵਨ। ਜ਼ੁਬਾਨੀ ਆਪ ਜੀ ਦੇ ਜਸ ਦਾ ਕਹਿਣਾ ਤੇ ਕਹਾਉਣਾ ਇਹ ਬੜਾ ਸੌਖਾ ਹੈ। ਤੇਰਾ ਬਿਖਮ ਭਾਵਨ, ਜਿਹੜਾ ਆਪ ਜੀ ਦਾ ਭਾਵਨ ਭਾਣਾ ਜਾਂ ਭਾ ਜਾਣਾ ਇਹ ਬੜਾ ਬਿਖਮ ਹੈ, ਬੜਾ ਕਠਨ ਹੈ। ਇਹ ਗੱਲ ਕਹਿ ਦੇਣੀ ਕਿ ਭਾਣਾ ਮੰਨੋ ਜੀ ਕਹਿਣਾ ਸੌਖਾ ਹੈ। ਸੁਹੇਲਾ ਕਹਿਨ ਕਹਾਵਨ ਤੇਰਾ ਬਿਖਮ ਭਾਵਨ, ਪਰ ਭਾਵਨ ਜਿਹੜਾ ਭਾਣਾ ਤੇਰਾ ਹੈ, ਤੁਹਾਨੂੰ ਭਾ ਜਾਣਾ ਹੈ, ਇਹ ਬਹੁਤ ਕਠਨ ਹੈ, ਔਖਾ ਹੈ। ਹੁਣ ਸ਼ਬਦ ਪ੍ਰਾਰੰਭ ਕਰਦੇ ਨੇ। ਤੇਰਾ ਭਰੋਸਾ ਪਿਆਰੇ ਮੈਂ ਲਾਡ ਲਡਾਇਆ। ਇਹ ਪਿਆਰੇ ਅਕਾਲ ਪੁਰਖ ਵਾਹਿਗੁਰੂ ਜੀ, ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਮਹਾਰਾਜ, ਆਪ ਜੀ ਦੇ ਭਰੋਸੇ ਕਰਕੇ ਮੈਨੇ ਸ੍ਰੀ ਹਰਿਮੰਦਰ ਸਾਹਿਬ ਦਾ ਬਣਾਇਆ, ਲਾਡ ਲਡਾਇਆ ਹੈ। ਅਸੀਂ ਪਿਤਾ ਜਾਣਦੇ ਹਾਂ, ਆਪ ਹੀ ਸਾਡੇ ਪਿਤਾ ਹੋਂ। ਜਿਵੇਂ ਬਾਲਕ ਪਿਤਾ ਨਾਲ ਪਿਆਰ ਕਰਦਾ ਹੈ, ਅਸੀਂ ਆਪ ਦੇ ਪਿਆਰ, ਸ਼ਰਧਾ, ਭਾਵਨਾ, ਆਪ ਜੀ ਦੀ ਸਮਰੱਥਾ ਨੂੰ ਲੈ ਕੇ ਆਪ ਦੀ ਕਿਰਪਾ ਸਦਕਾ ਇਹ ਸਾਰਾ ਕਾਰਜ ਕੀਤਾ ਹੈ। ਭੂਲਹਿ ਚੂਕਹਿ ਬਾਰਿਕ ਤੂੰ ਹਰ ਪਿਤਾ ਮਾਇਆ। ਅਸੀਂ ਆਪ ਜੀ ਦੇ ਬਾਲਕੇ ਜਿਹੜੇ ਹਨ, ਬੱਚੇ ਛੋਟੇ ਛੋਟੇ, ਹਮੇਸ਼ਾ ਹੀ ਭੁੱਲ ਚੁੱਕ ਕਰਨ ਵਾਲੇ ਹਾਂ। ਸੋ ਕਹਿਣ ਤੋਂ ਭਾਵ ਭੁੱਲ ਜਾਣਾ ਮਨੁੱਖ ਦੀ ਆਦਤ ਹੈ। ਚੁੱਕਣਾ, ਕਿਸੇ ਗੱਲ ਤੋਂ ਚੁੱਕ ਜਾਣਾ, ਇਹ ਚੀਜ਼ ਇੱਕੋ ਹੀ ਹੈ। ਭੁੱਲੈ ਚੁੱਕ ਹੈ, ਉਹ ਮੈਂ ਉਸ ਗੱਲ ਤੋਂ ਉੱਕ ਗਿਆ ਜਾਂ ਚੁੱਕ ਗਿਆ। ਇਸ ਤਰ੍ਹਾਂ ਉਸ ਗੱਲ ਤੋਂ ਅਚਾਨਕ ਹੀ ਇਹ ਭੁੱਲ ਚੁੱਕ ਹੋ ਗਈ, ਸਾਥੋਂ ਗਲਤੀ ਹੋ ਗਈ। ਬੱਚੇ ਹਮੇਸ਼ਾ ਭੁੱਲਦੇ ਚੁੱਕਦੇ ਨੇ। ਇਸ ਕਰਕੇ ਤੁਸੀਂ ਹਰੀ ਸਰੂਪ ਸਤਿਗੁਰੂ ਆਪ ਮੇਰੇ ਮਾਤਾ ਪਿਤਾ ਰੂਪ ਹੋ, ਸਾਨੂੰ ਮਾਫ ਕਰਨਾ, ਸਾਥੋਂ ਬਹੁਤ ਗਲਤੀਆਂ ਹੋ ਜਾਂਦੀਆਂ ਨੇ। ਸੁਹੇਲਾ ਕਹਿਨ ਕਹਾਵਨ, ਕਹਿਣਾ ਕਹਾਉਣਾ ਜ਼ੁਬਾਨ ਦੇ ਨਾਲ ਬੜਾ ਸੌਖਾ ਹੁੰਦਾ। ਕੁਝ ਵੀ ਭਾਣਾ ਮੰਨਣਾ ਜਾਂ ਤੁਹਾਡਾ ਜਸ ਕਰਨਾ, ਜਸ ਦਾ ਕਹਿਣਾ ਵੀ ਤੇ ਕਹਾਉਣਾ ਵੀ ਇਹ ਬੜਾ ਸੌਖਾ ਤਾਂ ਹੈ। ਪਰ ਤੇਰਾ ਬਿਖਮ ਭਾਵਨ, ਜਿਹੜਾ ਆਪ ਜੀ ਨੂੰ ਭਾ ਜਾਣਾ ਫਿਰ ਜਸ ਕਰਨਾ ਇਹ ਕਠਨ ਹੈ। ਅਥਵਾ ਜਿਹੜਾ ਆਪ ਜੀ ਦਾ ਭਾਣਾ ਮੰਨਣਾ ਕਹਿਣਾ ਤਾਂ ਸੌਖਾ ਹੈ। ਕਹਿਣ ਕਹਾਉਣ ਦੀਆਂ ਗੱਲਾਂ ਵੱਖਰੀਆਂ ਹੁੰਦੀਆਂ ਨੇ।
पर जदों आपदे ते बनदी आ के उदों जीव नूं फिर भाणा मनना बहुत औखा हो जाता। रहाओ महाराज विश्राम दे के इस तरह फिर फरमाउंदे ने, हौं माण ताण करों तेरा, हौं जानो आपा। मैं अपने मन विच तुहाडा ही माण ਅਤੇ ਤਾਣ करदा। मन ਦੇ अंदर माण ਅਤੇ ਸਰੀਰਕ ਤਾਣ ਤੁਹਾਡਾ ਹੀ ਬਖਸ਼ਿਆ ਮੰਨਦਾ। मैं आप जी ਨੂੰ ਆਪਣਾ ਹੀ ਜਾਣਦਾ जी। सब ही मध सबह ते बाहर बेमोहताज बापा। आप सारिਆਂ ਦੇ मध ਤੋਂ ਭਾਵ ਵਿੱਚ ਹੋ ਅਤੇ ਸਾਰਿਆਂ ਤੋਂ ਬਾਹਰ ਵੀ ਹੋ। हे पिता जी, आप किसी ਦੇ अधीन नहीं हो, बेमोहताज हो आप परमात्मा, क्योंकि प्रकाश रूप होने करके सारिਆਂ ਦੇ अंदर भी है, सारिਆਂ ਦੇ बाहर भी है। ਉਹਦਾ प्रकाश पारदर्शी है। ਉਹਦੇ ਲਈ कोई कंध नहीं, कोई घर नहीं, कोई पहाड़ नहीं, कोई धरती नहीं। ਉਹਦਾ प्रकाश सर्व व्यापक है, हर जगह ਦੇ ਉੱਤੇ व्यापक है। पिता हाँ जानो नाही तेरी कवन जुगता। हे पिता जी, मैं जानदा नहीं हाँ कि तुहाडी प्रसन्नता दी किहड़ी जुगती है। कोई भी जुगती जानदा नहीं हाँ, किसी प्रकार दी भी सेवा दी, भगती भावना दी, तुहानू प्रसन्न करन दी मैनू जुगती नहीं आउंदी कोई। बंधन मुक्त संत हो मेरी राखै ममता। महाराज सच्चे पातशाह कहने, शांत आत्मा धन गुरु रामदास साहब महाराज जीओ, आप संसारक बंधना तो मुक्त हो, तुहानू कोई बंधन नहीं है, पर आप मेरी ममता रखते हो। ये ममता कि ये मेरा दास है, ये मेरा सेवक है, तो यह साडी नादी औलाद है, ये साडा भगत है। भगतां उत्ते तुहाडी मेहर हुंदी है, सेवकां ते मेहर हुंदी है, ये मेरा है। सो इस तरह वाहिगुरू के चरणों च, अकाल पुरख के चरणों च, सतगुरां के चरणों च बेनतियां महाराज करते हैं। फिर अकाल पुरख के चरणों च किवें करते हैं? जग्यासू परमात्मा के सन्मुख जिवें बेनती करता है, तेरा भरोसा प्यारे मैं लाड लड़ाया। ते प्यारे वाहिगुरू, आपदे भरोसे करके मैं जाप तप रूप लाड लड़ाया, लाड़ नूं बनाया है। तुहाडे भरोसे करके ही मैं सारा कुछ शुरू किया। जो जो आप कथा विच दसदे हो, गुरबाणी राही दसदे हो, सानू आउंदा तां नहीं कुछ करना, पर असीं देखा देखी सुन सुना के कोशिश करते हैं कि असीं भी कुछ कर सकीए, सेवा कोई भगती कर सकीए, क्योंकि असीं इन्ने ज़्यादा सियाणे नहीं हाँ जी। सातों सेवा करदियां भी, बाणी पढ़दियां भी, होर कुछ करदियां होया, सब करदियां गलतियां तो हो ही जांदियां महाराज। भूलह चूकह बारिक तू हर पिता माया। मैं जो बच्चा होया जी आपदा, बिल्कुल छोटा जिहा बालका स्वरूप तो भुलिया होया हाँ अते सिमरन तो चुक्या होया, क्योंकि स्वरूप की भुल है। मैनू नहीं पता कि मेरा स्वरूप है कि मैं तो अपने बाहरले देही नूं ही अपना स्वरूप समझी जाना। असल में जिहड़ा स्वरूप हुंदा अंदर आत्मक, उहनूं नहीं मैं जानदा। अते सिमरन तो मैं चुक्या होया, मैं सिमरन करदा ही नहीं, बहुत घट करदा हाँ। आप जी साडे माता पिता हों, किरपा करके जिहड़े जिवें माँ बाप औगण बख्श दिंदे ने, आप साडे औगण बख्श दिओ जी। सुत अपराध करत है जेते जननी चीत ना राख तेते। रा मैया हों बारिक तेरा काहे ना खंडस। अवगुण मेरा जे अत क्रोध करे करता आया, तां भी जीत ना राख समाया। चिंत भवन पन मन परयो हमारा, नाम बिना कैसे उतरस पारा। सो इस करके असीं आपदे बच्चे हाँ, सानू किरपा करके बख्श लिओ। सिमरन विच बाणी पढ़दे हां, सेवा करदे हां, सातों बहुत भुल्लां चुक्कां हो जांदियां ने, क्योंकि साडी बुद्धि जिहड़ी है भुल्लणहार है। साडा मन भी इदां दा ही है, भुल हो गई। बाणी पढ़दे हां, सेवा करदे हां, चुक गए कदों? जदों सुरती किते होर चली गई, कई बार पंगती ही रह गई, कई बार सेवा करदिआं चेता ही ना रहा भी इत्थे झूठा हत्थ नहीं सी लाउणा। इहियां जी सातों गलतियां हो जांदियां ने।
जैसा बालक भाए सुभाई लख अपराध कमावै, कर उपदेश छिड़के बहु भांति बहुड़ पिता गल आवै। सुहेला कहन कहावन, अपने आप नूं चंगा कहना होरां कोलों भी चंगा कहाउणा तां सौखा है, पर तेरा विखम भावन आप जी दा भाणा मनना जिहड़ा बड़ा कठिन है। चंगा चंगा कहा लेना तां बड़ा सौखा है, पर जदों आपदे ते संकट पैदा हुंदा उदों बंदा भाणा नहीं मन सकदा। उहदा क्यों भाणा तां मनदा जे प्रभु नूं हाज़र नाज़र जाणे। फिर गल्लां बातां करन वाले दा पता लग जांदा है कि गल्ली गल्ली है सारा कुछ, अंदर इहदे कुछ भी नहीं है। विश्राम दे के फरमाउंदे ने आप, हौं माण ताण करों तेरा हौं जानो आपा। मैं अपने मन विच आप जी दा ही माण ताण धारण करदा, मैं आप जी नूं अपना मालक समझदा कि तुसीं मेरे हो। सब ही मद सब है ते बाहर बेमोहताज बापा। तो इस करके अस्थि भांति प्रिय रूप हो के आप सारिਆਂ ਦੇ ਵਿੱਚ हो ਅਤੇ अविनाशी रूप हो के आप सारिਆਂ ਤੋਂ बाहर हो। ये अस्थि भांति प्रियादक ਜਿਹੜੇ ਅੱਖਰ ਨੇ ਇਹਨਾਂ ਦੀ ਸਮਝ ਪੂਰੀ ਲੈਣ ਲਈ ਆਪਾਂ ਨੂੰ ਪਹਿਲੀ ਜਿਹੜੀ ਜਪਜੀ ਸਾਹਿਬ ਦੀ ਕਥਾ ਕੀਤੀ ਹੋਈ ਆ ਜਾਂ ਆਤਮਿਕ ਗਿਆਨ ਜਿਹੜਾ ਸੀੜੀਆਂ 'ਚ ਭਰਿਆ ਹੋਇਆ ਪਹਿਲਾਂ ਉਹਦੇ 'ਚ ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ। सो इस करके आप जी सारिਆਂ ਦੇ ਵੱਡੇ हो, ये सारिਆਂ ਦੇ पिता रूप परमात्मा आप मुथाजी तो रहत हो जी। पिता हों जानो नाही तेरी कवन जुगता। ये सारिਆਂ ਦੇ पिता रूप परमात्मा मैं ये नहीं जानता कि तेरी प्राप्ति की जुगती केड़ी है। बंधन मुक्त संत हो मेरी राखै ममता। हे संतो शांत आत्मा प्रभु आप संसारक बंधना तो मुक्त रहत हों, पर फिर भी आप संतां दी न्याय मेरी ममता रखते हो। परमात्मा अपने भगतां दी सीधी हुई ममता रखदा। परमात्मा दे प्यारे भी ममता रखते ने अपने प्यारिਆਂ विच। संतन दुख पाए ते दुखी, सुख पाए साधन के सुखी। परमात्मा नूं सारा ज्ञान हुंदा, जदों किसी नूं दुख हुंदा तां परमात्मा नूं ही हुंदा, जदों किसी नूं सुख हुंदा तो कहते ये भी मैनूं ही हुंदा, क्योंकि मैं सारिਆਂ 'ਚ ही बैठा आप ही। और इस चीज़ नूं मैं माणदा हाँ अपने प्यारिਆਂ दे राहीं। इसे करके जदों गुरु नानक देव जी आउण तो पहलां इन्ना कष्ट नहीं सी कोई सहार सकदा। पुराणिਆਂ समय ਦੀਆਂ ਗੱਲਾਂ ਵੱਖਰੀਆਂ ਸੀ। महाराज दे आउण ते तत्ती तवी ते बहना परमेश्वर ने आप बैठ के गुरु अर्जन देव रूप हो के जिन्ने वड्डे परमेश्वर आप ने उन्ने वड्डे कष्ट नूं सहार के दिखाया। 9वें स्वरूप विच कष्ट नूं सहार के दिखाया, 10वें रूप दे विच भी कष्ट नूं सहार के दिखाया। अथवा सारे जीवां दे विच बह के अपने गुरसिख प्रेमियां दे अंदर बैठ के कष्ट नूं सहार के परमेश्वर नहीं दिखाया। बंद बंद कटवा के, सीस पर आरा चलवा के, देगे च उबल के, रूम विच सड़ के, ये परमेश्वर की ही रजा है। खुश हुंदे ने मेरा जिहड़ा भगत है, मेरी जिहदे ते ममता है, वो मेरे लिए कितनी कुछ कुर्बानी कर सकदा। देखी वो कितना क मेरे वास्ते कर सकदा परमेश्वर जी, क्योंकि पुरख ने। इस करके वो पुरख होण करके अकाल पुरख, सो पुरख, सतपुरख होण करके योधे भी ने, महाबली भी ने, जंगजू भी ने। सो जिन्हें शस्त्र बनाए ने आपने बनाए, जंग पहला आपने कीती दैंतां दे नाल। इस करके वो माड़ी माड़ी गल उत्ते री नहीं कर दिंदे अपने सिख नूं। माड़ी जी गल हो गई उत्थे उलंभ देण लग जाना, ऐसा नहीं कीता उन्होंने। वो कहते तगड़ा हो के चल, मेरा बनना है तो फिर जो मैं चाहुंदा उस तरह कर। मैं देखना चाहुंदा कि तू मेरे लिए सिर दिंदा कि नहीं दिंदा। मैं देखना है तैनूं तली ते रख के खंडा खड़काउंदा कि नहीं खड़काउंदा। मेरा जो होया तू मामूली देवी देवतियां दा बंदा नहीं इस तरह कर सकदा, पर तू मेरा। इस करके जिहड़ा परमेश्वर दा है वो दुनिया तो न्यारा ही है, वो न्यारियां ही गल्लां करदा। खालसा सब तो निराले ही कारज करदा। खालसे दे वो काम ने जिहड़े कोई कर ही नहीं सकदा। मेरे 40 पुत चमकौर की गढ़ी च लड़े तो 20 लाख फौज नाल लड़े। खालसे की न्यारी गल है। इस करके सतगुरु महाराज कहते हैं जो मेरा होया, मेरे भगत दे कारनामे वखरे ही होणगे संसार नालों। मेरा भगत हरेक कष्ट नूं सहारन नूं समर्थ है।
मेरा पुੱਤ माड़ा मोटा नहीं हो सकता, छोटा मोटा कच्चा पिल्ला साडा पुੱਤ नहीं हो सकता। इस करके महाराज सच्चे पातशाह ने बड़े बड़े जख्म देखने। आनंदपुर साहब जो ਸਿੰਘਾਂ ने जख्मी हो जाना, लिया करके उत्थे भोज पत्तर जिहा बन देना उपर, सो ਉਹਦੇ ਨਾਲ काफ़ी आराम आउंदा। एक होर पत्तर सी दरखत का पत्ता, सतगुरां ने बस जाके सवेरे देखना, हाँ भी कितना कि जख्म है दिखाओ। जदों निगाह पाउणी जख्म राजी कर देना, जदों निगाह पाउणी बस निगाह नाल ही जख्म राजी हुंदा सी, क्योंकि अमृत दृष्ट बरसदी सी, उसे वक्त ही जख्म राजी कर देना। इस करके महाराज सच्चे पातशाह दे हुंदियां खालसे नूं ये फिक्र नहीं है असीं तरांगे जां नहीं तरांगे, आ बनेगा कि नहीं बनेगा, क्योंकि साडे सतगुरु तो सर्वकला समर्थ ने। इस करके उन्हां दे उत्ते पूर्ण भरोसा अपना होर उपर नूं चुकना, डिगदे हुए भरोसे नूं फेर चुकना कि मेरे सतगुरु बहुत समर्थ ने। सो जिवें आप जी ने प्रहलाद नूं अपना पुत्र जान के रखिया कीती, उवें महाराज मेरी रखिया करदे हो जी। संसार बंधना तो मुक्त जो संत ने, उन्हां संतां विच भी मेरी ममता आखिर मेरी गिनती रखदे हो जी तुसीं। ये भी मेरा है एक सेवक। आप बंधना तो मुक्त हो, शांत आत्मा हो, मेर तेर दी ममता जो दुख रूप है, उस वल्लों अपने सेवकां नूं रोक के भी रखदे हो कि तुसीं मेर तेर विच नहीं जाना। भये कृपाल ठाकुर रहयो आवण जाना। हे मालक जी, था को तिर उत्पत्ति लैता पालना करन वाले ठाकुर हे परमेश्वर, जदों आप कृपालू होए तो संसार विच जिहड़ा आउणा जाना जमना मरना रहियो रह ही गया, खत्म ही हो गया। गुर मिल नानक पार ब्रह्म पछाणा। महाराज कथन करते हैं कि गुरां दे नाल मिल के ये पार ब्रह्म परमेश्वर जी, मैं आप जी नूं गुरां दे नाल मिल के पछाणिया। गुरां ने मेरे ते मेहर कीती, ओह निगाह मैनूं दित्ती, मेरे सिर ते मेहर भरिया हथ रखिया। जदों उदों मेरी अंदरली जिहड़ी दिव दृष्टि सी ओह खुल गई। दृष्टि खुलण नाल मैनूं तुसीं नज़र आए। मोटी मोटी चीज़ तां इन्हां मोटियां अखां नाल ही दिख जांदी, पर क्योंकि तुसीं बहुत सूखम हो, इस करके आप सूखम रूप विच होण करके महाराज ने मेरी सूखम बिरती सूखम निगाह जदों खोली तां तुहाडा दर्शन पाया। श्री राग महला पंजवा घर पहला। पंचम पिता गुरु अर्जन देव जी श्री राग दे बख्शिश करदे। पहले घर सुरतार च गाउण दा हुक्म कीर्तनी ਸਿੰਘਾਂ वास्ते है। संत जना मिल भाईया कट्टियड़ा जमकाल। ये भाई कहते असीं तां संत जना दे नाल मिल के ना जमकाल नूं कट दिता, जमना ते मरना जिहड़ा सी ये कट दिता है। सो इस करके महाराज कहते ने संत जना मिल हर जस गायो, कोट जन्म के दुख गवायो, जो चाहत सोई मन पायो, कर कृपा हर नाम दिवायो। संतां ने दिवाया है गुरां पासों। इस तरह पंजां प्यारिਆਂ तो पहला लिया होवे, फिर महापुरख प्रकाश रूप में जिहड़ा नाम का किणका मिलदा वो दवा दिंदे ने। सच्चा साहिब मन उठा होवा खसम दयाल। खसम जो गुरु साहब जी जदों दयालु होए तां सच्चा साहिब परमात्मा मन विच वस गया। जदों सतगुरु की दयालता हुंदी है, सतगुरु जी अंदर किरपा दृष्टि नाल तक के वो सारा अंदरला सिस्टम ठीक कर दिंदे ने साडा, जिहदे करके परमात्मा हिरदे च वसदा साडे। फिर अंदर जिहड़े भरम दे छौड़ ने उन्हां नूं सतगुरु किरपा दृष्टि नाल ही कट दिंदे ने। अंदरले हनेरे नूं दूर कर दिंदे ने, पापां नूं दूर कर दिंदे ने, बुद्धि नूं शुद्ध कर दिंदे ने तक के। परमात्मा दे बैठण दी जिहड़ी थां है अंतशकरण, उस सेजा नूं सतगुरु सवार दिंदे ने। आपे साजे आपे रंगे आपे नदर करे, नानक कामण कंतै भावै, आपे ही रावे पूरा सतगुर भेटिया, बिनसिया सब जंजाल। जदों पूरे सतगुरु मिले तो सारा जिहड़ा जंजाल पिया होया सी गल च, धंधे सतगुरां ने सिख दे गलों धंधे सारे लाहते। ये भी एक माया का जाल पिया होया इंसान नूं
ਸਵੇਰ ਤੋਂ ਲੈ ਕੇ ਰਾਤ ਸੌਣ ਤੱਕ ਇਹ ਜੰਜਾਲ ਨੇ। ਕਈਆਂ ਨੂੰ ਰਾਤ ਨੂੰ ਵੀ ਸੌਣਾ ਨਹੀਂ ਮਿਲਦਾ, ਰਾਤ ਨੂੰ ਵੀ ਜੰਜਾਲ ਗਲ ਪਏ ਹੋਏ ਨੇ ਉਹਨਾਂ ਦੇ। ਇਸ ਕਰਕੇ ਮਹਾਰਾਜ ਨੇ ਜਦੋਂ ਆਪਣੇ ਸਿੱਖ ਤੇ ਤਰਸ ਕੀਤਾ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਮੇਰੇ ਸਤਿਗੁਰਾ ਹਉ ਤੁਧ ਬਿਟਹੁ ਕੁਰਬਾਨ। हे ਮੇਰੇ ਸਤਿਗੁਰੂ ਮਹਾਰਾਜ, ਮੈਂ ਆਪ ਤੋਂ ਬਲਿਹਾਰ ਬਲਿਹਾਰ ਜਾਵਾਂ। ਬਲਿਹਾਰ ਕਿਹੜੇ ਕਿਹੜੇ ਬਲ ਹਾਰਦਾ ਤੂੰ ਮੇਥੋਂ? ਕਹਿੰਦੇ ਮੇਰੀ ਬੁੱਧੀ ਦਾ ਬਲ ਹਾਰ ਜਾਂਦਾ। ਤੁਹਾਡੂ ਦੇਖ ਕੇ, ਤੁਹਾਡੇ ਕੌਤਕ ਦੇਖ ਕੇ ਬੁੱਧੀ ਵਿਸਮਾਦ ਵਿੱਚ ਚਲੀ ਜਾਂਦੀ। ਜਿਹੜਾ ਮੇਰਾ ਦਿਮਾਗ ਕੰਮ ਕਰਦਾ ਸੀ ਉਹ ਵੀ ਬਲ ਹਾਰ ਗਿਆ, ਸਰੀਰਕ ਬਲ ਵੀ ਹਾਰ ਗਿਆ, ਪੈਸੇ ਦਾ ਬਲ ਵੀ ਹਾਰ ਗਿਆ, ਕੋਈ ਬਲ ਨਹੀਂ ਚੱਲਦਾ ਜਦੋਂ। ਉਦੋਂ ਹੁਣ ਕਹਿੰਦਾ ਬਲਿਹਾਰ ਬਲਿਹਾਰ ਜਾਵਾਂ। ਤੇਰੇ ਦਰਸ਼ਨ ਕਉ ਕੁਰਬਾਨੈ, ਤੇਰੇ ਦਰਸ਼ਨ ਕਉ ਬਲਿਹਾਰਨੈ, ਤੁਸ ਦਿੱਤਾ ਅੰਮ੍ਰਿਤ ਨਾਮ ਰਹਾਉ। ਆਪ ਜੀ ਨੇ ਕਿਰਪਾ ਕਰਕੇ ਤੁਸ ਹੁੰਦਾ ਪ੍ਰਸੰਨ ਹੋ ਕੇ ਨਾਮ ਅੰਮ੍ਰਿਤ ਦਿੱਤਾ। ਇਸ ਲਈ ਮੈਂ ਤੁਹਾਡੇ ਦਰਸ਼ਨਾਂ ਤੋਂ ਕੁਰਬਾਨ ਜਾਂਦਾ। ਪਹਿਲਾਂ ਪ੍ਰਤੱਖ ਅੰਮ੍ਰਿਤ ਦਿੱਤਾ, ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣਾ, ਉਹ ਵੀ 5 ਬਾਣੀਆਂ ਪੜ੍ਹ ਕੇ ਹੀ ਤਿਆਰ ਹੁੰਦਾ, ਉਹ ਵੀ ਨਾਮ ਅੰਮ੍ਰਿਤ ਹੀ ਹੈ। ਪਹਿਲਾਂ ਜੀਵ ਨੂੰ ਸ਼ੁੱਧ ਕਰਨਾ ਪੈਂਦਾ। ਭਾਂਡਾ ਧੋਏ ਬੈਸ ਧੂਪ ਦੇਹੋ ਤਾਂ ਦੁੱਧੈ ਕੋ ਜਾਵ। ਪਹਿਲਾਂ ਤਾਂ ਘਰੇ ਕੇਸੀ ਇਸ਼ਨਾਨ ਕਰ, ਸੁੱਚੇ ਵਸਤਰ ਪਾ, ਕਕਾਰ ਪਹਿਨ, ਇਹ ਸੁਚਮ ਹੋਈ। ਫਿਰ ਗੁਰੂ ਘਰ ਦੇ ਵਿੱਚ ਜਾ ਕੇ 5 ਪਿਆਰਿਆਂ ਨੇ ਅੰਮ੍ਰਿਤ ਛਕਾਇਆ, ਇਹ ਸੁਚਮ ਹੋਈ। ਭਾਂਡਾ ਅੰਦਰੋਂ ਤਿਆਰ ਕੀਤਾ, ਫਿਰ ਅੰਮ੍ਰਿਤ ਨਾਮ ਮਿਲਿਆ, ਫਿਰ ਉਹਦੇ ਤੇ ਅਭਿਆਸ ਕੀਤਾ, ਸੇਵਾ ਕੀਤੀ, ਫਿਰ ਉਹ ਨਾਮ ਸਾਡੇ ਹਿਰਦੇ 'ਚ ਗੁਰਾਂ ਨੇ ਕਿਰਪਾ ਕਰਕੇ ਵਸਾ ਦਿੱਤਾ। ਇਸ ਤਰ੍ਹਾਂ ਤਰਤੀਬ ਦੇ ਵਿੱਚ ਭਾਂਡਾ ਸਾਫ਼ ਹੋ ਕੇ ਹਿਰਦੇ 'ਚ ਨਾਮ ਵੱਸਦਾ। ਜਿਨ ਤੂੰ ਸੇਵਿਆ ਭਾਉ ਕਰ, ਸਈ ਪੁਰਖ ਸੁਜਾਨ। ਜਿਨ੍ਹਾਂ ਨੇ ਪ੍ਰੇਮ ਕਰਕੇ ਆਪ ਜੀ ਨੂੰ ਸੇਵਿਆ ਉਹ ਬੰਦੇ ਸਿਆਣੇ ਨੇ। ਕੋਈ ਕਹਿੰਦਾ ਫਲਾਨਾ ਬੜਾ ਸਿਆਣਾ ਬੰਦਾ ਹੈ, ਲੋਕੀ ਉਹਨੂੰ ਸਿਆਣਾ ਕਹਿੰਦੇ ਜਿਹੜਾ ਪੈਸਾ ਜੋੜ ਲੇ, ਮਕਾਨ 2 ਬਣਾ ਲਏ। ਪਰ ਮਹਾਰਾਜ ਕਹਿੰਦੇ ਮੇਰੇ ਗੁਰਸਿੱਖ ਉਹ ਸਿਆਣੇ ਨੇ ਜਿਹੜੇ ਮੈਨੂੰ ਪ੍ਰੇਮ ਨਾਲ ਮੇਰੀ ਸੇਵਾ ਕਰਦੇ ਨੇ। ਬੜੇ ਚਤਰ ਪੁਰਖ ਨੇ, ਉਹ ਸਿਆਣੇ ਨੇ। ਉਹ ਕਹਿੰਦੇ ਅੱਗੇ ਲਈ ਬੀਜ ਲਿਆ। ਜਦੋਂ ਆ ਥਾਂ ਖਰੀਦਿਆ ਸੀਗਾ ਇੱਥੇ ਗੁਰੂ ਘਰ ਦਾ, ਜਾਣਦੇ ਹੋ ਆਪ ਪ੍ਰੇਮੀ ਨੇ ਆਪਣਾ ਘਰ ਹੀ ਨਹੀਂ ਖਰੀਦਿਆ, ਉਹਨਾਂ ਪੈਸਿਆਂ ਦੇ ਥਾਂ ਹੀ ਲੈ ਲਿਆ। ਉਹਨੇ ਬੀਜ ਲਿਆ, ਸਦਾ ਵਾਸਤੇ ਬੀਜ ਲਿਆ। ਮਹਾਰਾਜ ਸੱਚੇ ਪਾਤਸ਼ਾਹ ਤੋਂ ਆਪਣਾ ਆਪ ਕੁਰਬਾਨ ਕਰ ਦੇਣਾ ਹੀ ਸਿਆਣਪ ਹੁੰਦੀ ਹੈ। ਆਪਣੇ ਘਰ ਨੂੰ ਲੋਕ ਪਹਿਲਾਂ ਬਣਾਉਂਦੇ ਨੇ, ਆਪਣਾ ਕੰਮ ਪਹਿਲਾਂ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਆਪਣੇ ਪਿਆਰਿਆਂ ਨੂੰ ਇਹੀ ਜੀ ਸੋਝੀ ਪਾਉਂਦੇ ਨੇ ਕਿ ਉਹੋ ਜਿਹਾ ਕਰਮ ਕਰਵਾ ਦੇਣਾ ਕਿ ਜਿਹੜਾ ਬੀਜ ਵੱਡਾ ਬਿਜਵਾ ਦੇਣਾ। ਤਿਨਾਂ ਪਿੱਛੇ ਛੁੱਟੀ ਹੈ ਜਿਨ ਅੰਦਰ ਨਾਮ ਨਿਦਾਨ। ਜਿਨ੍ਹਾਂ ਦੇ ਅੰਦਰ ਨਾਮ ਰੂਪ ਖਜ਼ਾਨਾ ਹੈ, ਉਹਨਾਂ ਦੇ ਪਿੱਛੇ ਲੱਗ ਕੇ ਆਪਾਂ ਜਮਦੂਤਾਂ ਤੋਂ ਬਚ ਜਾਂਦੇ ਹਾਂ। ਜਿਨ੍ਹਾਂ ਦੇ ਹਿਰਦੇ ਦੇ ਵਿੱਚ ਇੱਕ ਓੰਕਾਰ ਦਾ ਵਾਸਾ ਹੋ ਜਾਂਦਾ ਹੈ, ਜਿਨ੍ਹਾਂ ਨੂੰ ਇੱਕ ਓੰਕਾਰ ਨਜ਼ਰ ਆਉਣ ਲੱਗ ਜਾਂਦਾ ਹੈ, ਉਹ ਇੱਕ ਓੰਕਾਰ ਦੀ ਕਿਰਪਾ ਦਾ ਸਦਕਾ ਜਮਦੂਤ ਨਹੀਂ ਨੇੜੇ ਆਉਂਦੇ, ਸਭ ਦੌੜ ਜਾਂਦੇ ਨੇ। ਜਿਨ੍ਹਾਂ ਦੇ ਹਿਰਦੇ 'ਚ ਵਸਿਆ ਹੋਇਆ, ਉਹਨਾਂ ਦੇ ਜੇ ਕੋਲ ਵੀ ਬੈਠ ਜਾਈਏ ਤਾਂ ਵੀ ਜਮਦੂਤ ਪਰੇ ਹੀ ਚਲੇ ਜਾਂਦੇ ਨੇ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅਣਾਹੁ, ਨਾ ਤੂੰ ਨਹਿ ਛੁਟੈ ਨਿਕਟ ਨ ਜਾਈਏ ਦੂਤ। ਗੁਰ ਜੇਵੜ ਦਾਤਾ ਕੋ ਨਹੀਂ, ਜਿਨ ਦਿੱਤਾ ਆਤਮ ਦਾਨ। ਧੰਨ ਗੁਰੂ ਨਾਨਕ ਦੇਵ ਜੀ, ਗੁਰੂ ਗ੍ਰੰਥ ਸਾਹਿਬ ਜਿੱਡਾ ਹੋਰ ਕੋਈ ਨਹੀਂ ਹੈ ਜਿਨ੍ਹਾਂ ਨੇ ਸਾਨੂੰ ਆਤਮਿਕ ਦਾਨ ਦਿੱਤਾ। ਅੰਤਰਾਤਮੇ ਜਿਹੜੀ ਬਖਸ਼ਿਸ਼ ਕੀਤੀ ਹੈ ਗੁਰਸਿੱਖਾਂ ਨੂੰ, ਆਤਮਿਕ ਰਸ ਜਿਹੜਾ ਬਖਸ਼ਿਆ ਹੈ, ਇਹ ਰਸ ਨੂੰ ਸਾਰੇ ਭਾਲਦੇ ਫਿਰਦੇ ਨੇ। ਸੁਰ ਨਾਨਕ ਮਨੁਜਾ ਨੇ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਆਏ ਸੇ ਪ੍ਰਵਾਨ ਹੈ ਜਿਨ ਗੁਰ ਮਿਲਿਆ ਸੁਭਾਏ। ਦੁਨੀਆ ਵਿੱਚ ਉਹ ਬੰਦੇ ਆਏ ਹੋਏ ਪ੍ਰਵਾਨਨੀਕ ਨੇ ਜਿਨ੍ਹਾਂ ਨੂੰ ਸੁਭਾਵਕ ਹੀ ਸ੍ਰੇਸ਼ਟ ਪ੍ਰੇਮ ਕਰਕੇ ਸਤਿਗੁਰੂ ਜੀ ਮਿਲੇ ਨੇ, ਜਿਨ੍ਹਾਂ ਦਾ ਸੁਭਾਅ ਗੁਰੂ ਦੇ ਨਾਲ ਮਿਲ ਗਿਆ, ਜਿਹੜੇ ਗੁਰੂ ਦੇ ਆਖੇ ਲੱਗ ਕੇ ਚੱਲਦੇ ਨੇ, ਜਿਨ੍ਹਾਂ ਨੂੰ ਗੁਰੂ ਸਾਹਿਬ ਦੀ ਗੱਲ ਭਾ ਜਾਂਦੀ ਹੈ। ਮਨੁੱਖ ਸੋਚਣ ਬੈਠ ਜਾਂਦਾ। ਅਸਲ ਵਿੱਚ ਮਨੁੱਖ ਜਦੋਂ ਸਤਿਗੁਰੂ ਜੀ ਕੋਈ ਵਚਨ ਕਹਿੰਦੇ ਨੇ, ਫਿਰ ਸੋਚਦਾ ਜੇ ਮੈਂ ਇਹ ਕੀਤਾ ਤਾਂ ਫਿਰ ਮੇਰਾ ਉਹ ਫਲਾਨਾ ਕੰਮ ਰਹਿ ਜਾਵੇਗਾ, ਫਿਰ ਮੇਰੇ ਉੱਥੇ ਇੰਨੇ ਨੁਕਸਾਨ ਹੋ ਜਾਵੇਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ
ਇਹੋ ਜਿਹਾ ਸਿੱਖ ਨਹੀਂ ਚਾਹੀਦਾ ਜਿਹੜਾ ਸੋਚਣ ਬਹਿ ਜੇ। ਜਦੋਂ ਸੀਸ ਮੰਗਿਆ 10ਵੇਂ ਪਾਤਸ਼ਾਹ ਨੇ, ਇੱਕ ਸਿੱਖ ਦੇ ਸਿਰ ਦੀ ਲੋੜ ਹੈ, ਨੀਵੀਆਂ ਪੈ ਗਈਆਂ, ਸੋਚਣ ਬਹਿ ਗਏ ਜੇ ਮੈਂ ਮਰ ਗਿਆ ਮੇਰੇ ਨਿਆਣੇ ਦਾ ਕੀ ਬਣੂ। ਕੋਈ ਆਖੇ ਜੇ ਮੈਂ ਮਰ ਗਿਆ ਫਲਾਣੇ ਕੰਮਾਂ ਦਾ ਕੀ ਬਣੂ। ਕੋਈ ਆਖੇ ਜੇ ਮੈਂ ਮਰ ਗਿਆ ਮੇਰਾ ਸਿਰ ਲਾਤਾ ਗੁਰਾਂ ਨੇ, ਤਾਂ ਫਿਰ ਇਹ ਸੰਸਾਰ ਦੇ ਸੁੱਖ ਕੌਣ ਭੋਗੂਗਾ। ਪਤਾ ਨਹੀਂ ਕੀ ਕੀ ਸੋਚ ਕੇ ਨੀਵੀਆਂ ਪਾ ਕੇ ਬੈਠੇ। ਸੋ ਉਸ ਵਕਤ ਉਹ 5 ਜਿਨ੍ਹਾਂ ਨੇ ਇਹ ਸੋਚਿਆ ਕਿ ਸਿਰਫ ਗੁਰਾਂ ਦਾ ਬਚਨ ਮੰਨਣਾ, ਬਸ ਸਾਰੇ ਸੁੱਖ ਗੁਰੂ ਤੋਂ ਵਾਰ ਦਿੱਤੇ। ਜਿਨ੍ਹਾਂ ਨੇ ਗੁਰਾਂ ਦੇ ਬਚਨ ਨੂੰ ਵੱਡਾ ਕਰਕੇ ਜਾਣਿਆ, ਪਹਿਲੀ ਆਵਾਜ਼ ਹੀ ਉੱਠ ਖੜੇ ਹੋਏ ਨੇ ਔਰ ਆਪਣੇ ਸੀਸ ਭੇਟਾ ਕਰ ਦਿੱਤੇ ਨੇ। ਜਦੋਂ ਦੇਖਿਆ ਸੁਰਜੀਤ ਹੋ ਗਏ, ਫੇਰ ਸਾਰੇ ਹੀ ਖੜੇ ਹੋਣ ਲੱਗ ਪਏ। ਭਾਈ ਰਾਮ ਸਿੰਘ, ਦੇਵਾ ਸਿੰਘ, ਟਹਿਲ ਸਿੰਘ, 5 ਮੁਕਤੇ ਬਾਅਦ 'ਚ ਖੜੇ ਹੋਏ। ਮਹਾਰਾਜ ਕਹਿਣ ਲੱਗੇ ਹੁਣ ਤਾਂ ਸਮਾਂ ਲੰਘ ਗਿਆ, ਸਾਨੂੰ ਤਾਂ ਸਿਰਫ ਅਕਾਲ ਪੁਰਖ ਦੀ ਭੇਟਾ ਲਈ 5 ਸੀਸ ਚਾਹੀਦੇ ਸੀ। ਅਕਾਲ ਪੁਰਖ ਜੀ ਪਰਖਦੇ ਨੇ ਆਪਣੇ ਪਿਆਰਿਆਂ ਨੂੰ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਜੀ ਸਾਨੂੰ ਪਰਖਦੇ ਨੇ ਕਿ ਮੇਰੇ ਲਈ ਕੀ ਕਰਦਾ। ਜਦੋਂ ਸੋਚਣ ਬੈਠ ਗਿਆ ਉਹ ਗੁਰੂ ਦਾ ਸਿੱਖ ਨਹੀਂ। ਜਦੋਂ ਇੱਕਦਮ ਗੁਰੂ ਦੇ ਆਖੇ ਲੱਗ ਕੇ ਕਾਰਜ ਕਰ ਦਿੱਤਾ, ਸਤਿਗੁਰੂ ਤੋਂ ਪ੍ਰਸੰਨ ਹੁੰਦੇ ਨੇ। ਇਹਨੇ ਮੇਰੀ ਆਗਿਆ ਮੰਨੀ, ਦੁਬਾਰਾ ਮੋੜ ਕੇ ਜਵਾਬ ਹੀ ਨਹੀਂ ਦਿੱਤਾ। ਇਹਨੇ ਜਿਹੜੀਆਂ ਸਲਾਹਾਂ 'ਚ ਗੱਲ ਪੈ ਗਈ ਉਹ ਗਈ। ਸਤਿਗੁਰੂ ਜਾਣ ਲੈਂਦੇ ਨੇ ਇਹ ਹੁਕਮ ਨੂੰ ਮੰਨਣ ਤੋਂ ਮੁਨਕਰ ਹੋ ਰਿਹਾ। ਫਿਰ ਸਿੱਖ ਸੋਚਦਾ ਨਹੀਂ, ਕਿਉਂਕਿ ਸੋਚ ਸਾਡੀ ਸਤਿਗੁਰੂ ਕੋਲ ਹੀ ਹੈ। ਫਿਰ ਮਹਾਰਾਜ ਜਾਣਨ, ਮਹਾਰਾਜ ਦਾ ਕੰਮ ਜਾਣੇ, ਅਸੀਂ ਤਾਂ ਹੁਕਮ ਮੰਨ ਲੈਣਾ। ਇਸ ਤਰ੍ਹਾਂ ਕਰਕੇ ਸਿੱਖ ਹੁੰਦਾ। ਜਦੋਂ ਅੰਮ੍ਰਿਤ ਛਕਣ ਨੂੰ ਕਹਿੰਦੇ ਆ, ਬੜੀਆਂ ਗੱਲਾਂ, ਹੁਜਤਾਂ, ਦਲੀਲਾਂ, ਪਤਾ ਨਹੀਂ ਕੀ ਕੀ ਕੁਝ ਕਹਿੰਦੇ ਨੇ। ਫਿਰ ਕਿਤੇ ਤੁਸੀਂ ਸਾਹਮਣੇ ਫਸਟ ਕਲਾਸ ਸਿੱਖ ਬਣ ਗਏ। ਹੋਰ ਵੀ ਕੋਈ ਬਚਨ ਜਦੋਂ ਕਰਦੇ ਆ ਉਹਨੂੰ ਜਵਾਬ ਦੇ ਦੇਣਾ, ਉਹ ਗੱਲ ਨਹੀਂ ਠੀਕ, ਆਹ ਨਹੀਂ। ਜਦੋਂ ਆਪਣੀ ਜਿਹਨੇ ਕੁਰਬਾਨੀ ਕਰਨੀ ਹੈ ਗੁਰਾਂ ਲਈ, ਪਤੰਗਾ ਲਾੜ ਤੇ ਜਾ ਕੇ ਨਹੀਂ ਸੋਚਦਾ, ਉਹ ਕੁਰਬਾਨ ਹੋ ਜਾਂਦਾ। ਇਸ ਤਰ੍ਹਾਂ ਗੁਰਸਿੱਖ ਗੁਰਾਂ ਦੇ ਬਚਨ ਤੋਂ ਕੁਰਬਾਨ ਹੋ ਜਾਂਦਾ। ਫਿਰ ਨਹੀਂ ਸੋਚਦਾ ਕੀ ਹੋਣਾ ਹੈ, ਉਹ ਬਾਅਦ 'ਚ ਦੇਖਾਂਗੇ, ਪਹਿਲਾਂ ਗੁਰਾਂ ਦੇ ਬਚਨ ਨੂੰ ਮੰਨ ਲਈਏ। ਇਸ ਤਰ੍ਹਾਂ ਜਿਹੜੇ ਗੁਰਾਂ ਦੇ ਭਾਏ ਅਨੁਸਾਰ ਚੱਲੇ ਨੇ, ਸੱਚੇ ਸੇਤੀ ਰਤਿਆਂ ਦਰਗਹਿ ਬੈਸਣ ਜਾਏ। ਸੱਚੇ ਵਾਹਿਗੁਰੂ ਦੇ ਸੱਚ ਨਾਮ ਨਾਲ ਤਦਾਕਾਰ ਹੋਣ ਕਰਕੇ ਨਾ ਪਰਲੋਕ ਦੇ ਵਿੱਚ, ਦਰਗਾਹ ਦੇ ਵਿੱਚ ਬੈਠਣਾ ਪ੍ਰਾਪਤ ਹੁੰਦਾ ਉਹਨੂੰ। ਕਰਤੇ ਹੱਥ ਵਡਿਆਈਆਂ ਪੂਰਬ ਲਿਖਿਆ ਪਾਏ। ਸਾਰੀਆਂ ਵਡਿਆਈਆਂ ਕਰਤਾ ਪੁਰਖ ਦੇ ਹੱਥ 'ਚ ਹੀ ਨੇ। ਵਾਹਿਗੁਰੂ ਨੇ ਵਡਿਆਈਆਂ ਦੇਣੀਆਂ ਜਿਹਨੂੰ ਮਰਜ਼ੀ ਦੇ ਦੇਵੇ, ਕਿਉਂਕਿ ਪੂਰਬਲੇ ਕਰਮਾਂ ਦਾ ਲੇਖ ਚੰਗਾ ਲਿਖਿਆ ਹੋਵੇ ਤਾਂ ਇਹ ਜੀਵ ਨੂੰ ਫਿਰ ਵਡਿਆਈਆਂ ਮਿਲ ਹੀ ਜਾਂਦੀਆਂ ਨੇ। ਅਕਾਲ ਪੁਰਖ ਵਡਿਆਈਆਂ ਦੇਣ ਵਾਲੇ ਨੇ, ਆਪੇ ਹੀ ਕਰਾਉਣ ਵਾਲੇ ਨੇ, ਆਪੇ ਹੀ ਕਰਨ ਵਾਲੇ ਨੇ। 5 ਨੇ ਗੁਰਾਂ ਦੇ ਹੁਕਮ ਨੂੰ ਮੰਨਦਿਆਂ ਸੀਸ ਦਿੱਤਾ। ਸੀਸ ਵੱਖਰੇ ਵੀ ਕੀਤੇ, ਅੰਮ੍ਰਿਤ ਤਿਆਰ ਵੀ ਕੀਤਾ, ਛਿੱਟਾ ਦੇ ਕੇ 5 ਸੁਰਜੀਤ ਵੀ ਕੀਤੇ। ਫੇਰ ਪਤਾ ਲੱਗਿਆ ਦੁਨੀਆ ਨੂੰ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਇਹ ਬਚਨ ਜਿਹੜਾ ਫਰਮਾਉਂਦੇ ਨੇ ਕਿ ਦਰਗਾਹ ਦੇ ਵਿੱਚ ਬੈਠਣਾ ਮਿਲਦਾ ਹੈ, ਪਰ ਪੂਰਬਲੇ ਕਰਮ ਜੇ ਚੰਗੇ ਹੋਣ। ਸੱਚ ਕਰਤਾ, ਸੱਚ ਕਰਨਹਾਰ, ਸੱਚ ਸਾਹਿਬ, ਸੱਚ ਟੇਕ। ਉਹ ਕਰਤਾ ਪੁਰਖ ਪਿੱਛੇ ਵੀ ਸੱਚ ਹੀ ਸੀ ਤੇ ਹੁਣ ਵੀ ਕਰਨਹਾਰ ਪਰਮੇਸ਼ਰ ਸੱਚਾ ਹੀ ਹੈ। ਉਹ ਸਾਹਿਬ ਅੱਗੇ ਨੂੰ ਵੀ ਸੱਚਾ ਹੀ ਹੋਵੇਗਾ। ਉਹਦਾ ਜਿਹੜਾ ਟੇਕ ਆਸਰਾ ਲੈਂਦੇ ਆਪਾਂ, ਇਹ ਵੀ ਸੱਚਾ ਹੀ ਹੈ। ਸੱਚੋ ਸੱਚ ਵਖਾਣੀਐ, ਸੱਚੋ ਬੁੱਧ ਵਿਵੇਕ। ਉਹ ਸੱਚੇ ਨੂੰ ਸੱਚ ਕਰਕੇ ਜੇ ਕਥਨ ਕਰੀਏ ਤਾਂ ਬੁੱਧੀ ਵਿੱਚ ਸੱਚਾ ਵਿਵੇਕ ਹੁੰਦਾ, ਵਿਚਾਰ ਪ੍ਰਾਪਤ ਹੁੰਦਾ। ਬੁੱਧੀ ਦੇ ਅੰਦਰ ਕਿਰਿਆ ਹੁੰਦੀ, ਕਿਉਂਕਿ ਅੰਦਰਲੀ ਕਿਰਿਆ ਸਾਰੀ ਪ੍ਰਕਾਸ਼ ਤੇ ਖੜੀ ਹੈ। ਜਿਵੇਂ ਸਾਡੇ ਅੰਦਰ ਮੁੱਖ ਚੀਜ਼ ਕੰਮ ਕਰਦੀ ਆਤਮਾ। ਆਤਮਾ ਪਰਮਾਤਮਾ ਹੀ ਹੈ। ਆਤਮਾ ਪ੍ਰਕਾਸ਼ ਰੂਪ ਹੈ। ਆਤਮਾ ਚੇਤਨ ਹੈ ਤੇ ਚੇਤਨ ਹੋਣ ਕਰਕੇ ਆਤਮਾ ਬੁੱਧੀ ਨੂੰ ਵੀ ਚੇਤਨ ਕਰਦੀ ਹੈ। ਬੁੱਧੀ ਚੇਤਨ ਹੋ ਕੇ ਮਨ ਨੂੰ ਸੁਚੇਤ ਕਰਦੀ ਹੈ, ਅੱਗੇ ਮਨ ਨੂੰ ਵੀ ਚੇਤਨ ਕਰਦੀ ਹੈ। ਮਨ ਇੰਦਰੀਆਂ ਨੂੰ ਚੇਤਨ ਕਰਦਾ। ਇਸ ਤਰ੍ਹਾਂ ਇਹ ਚੀਜ਼ਾਂ ਸਿਸਟਮ ਨਾਲ ਚੱਲਦੀਆਂ। ਹੁਣ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਜਿਹੜੀ ਆਤਮਾ ਹੈ ਸਾਡੀ, ਇਹ ਪ੍ਰਕਾਸ਼ ਰੂਪ ਹੈ। ਆਤਮਾ ਅੱਗੇ ਫਿਰ ਬੁੱਧੀ ਤੇ ਜਿਹੜਾ ਲਾਈਟ ਪਾਉਂਦੀ ਹੈ, ਉਹਦੇ ਕਰਕੇ ਸਾਡੀ ਬੁੱਧੀ ਸੋਚਦੀ ਹੈ, ਵਿਚਾਰ ਕਰਦੀ, ਨਿਸ਼ਚਾ ਕਰਦੀ ਹੈ। ਮਹਾਰਾਜ ਕਹਿੰਦੇ ਨੇ ਉਹ ਬੁੱਧੀਮੰਦ ਹੈ।
प्रकाश पिछों पूरा ही है, बुद्धि मंद है। मंद इस करके जिवें बड़ी देर दे कोई बल्ब जे लगे होण उन्हां दे उत्ते हौली हौली धुआं जिहा जम जांदा अते ओह चानण तां पिछों पूरा ही आउंदा पर धुआं जिहा जम्मण करके उहदी लाइट घट जांदी। इसे तरह बुद्धि साडी मंद हो जाती, तो मंद बुद्धि नूं प्रकाश पाउण लई सानूं सच्चो सच विखाणी है। वो सच्चे नूं सच करके कथन करिए तो बुद्धि विच सच्चा विवेक पैदा हुंदा। बुद्धि दे उपरली मैल उतर के मैल यही है जिहड़ी संसार नूं बुद्धि सच्चा मन्नी बैठी साडी। संसार सच्चा है, धीआं पुत्रां दे मोह च फसिया है, विकारां विच फसिया है, स्वादां विच फसिया है। ये बुद्धि इसे करके साडी जिहड़ी है प्रकाशमान सच उचारण नाल हुंदी। हुण आम तौर ते पिंडां दे विच देखिया सी जां रसोईयां विच चूल्हे बालने पुराने टाइमां स्टोव जे बालने, वो जिहड़े रसोई दे बल्ब हुंदे सी वो भी धुएं नाल काले हो जाणे। 100 वाट दा बल्ब भी उत्थे जीरो जिन्ना ही चानण करदा। फिर उहनूं उतार के सर्फ वाले पानी नाल धो के निछका के ला दईए, फिर चानन कर दिंदा। इसे तरह साडी बुद्धि दे उत्ते जिहड़ी मैल चढ़ जांदी हौली हौली, दुनिया सच्ची है, ये मेरा परिवार है, मोह माया ममता दी मैल चढ़दी गई, बुद्धि जिहड़ी मंद पै गई। पिछों प्रकाश पूरा सी आत्मा दा, पर महाराज कहंदे ने फिर वो प्रकाश जिहड़ा सी बुद्धि दे उत्ते जिहड़ा वो जाला जिहा आ गया, धूड़ा जम गया, कालख आ गई। हुण बुद्धि नूं साफ करन लई ना तां कोई सतगुरु की कहंदे ने भरिया मत पापां कै संग, ओह धोपै नावै कै रंग। नाम दे रंग नाल वो जिहड़ी बुद्धि दे उत्ते मैल जम्मी होई सी, लोकी कहंदे वाहिगुरू वाहिगुरू करन दा की फायदा। इत्थों पहलां तां पछाण जी आ जांदी भी ये तां दिमाग मोटा जिहा ही आ विचारे दा, इहनूं छड्डो परे, जद समझा के देख लेने शायद गल बन जे। नास्तिक निशरदक मोटी बुद्धि वाले असंख मूर्ख अंधघोर जिहड़े हुंदे ने ऐसी गल कहणगे की फायदा है, बाणी इन्नी पढ़न दा की फायदा, 25 पाठां दा की फायदा। जदों सियाणा बंदा कोई गल दसदा है ਉਹਦੀ गल नूं प्रवान करन दी बजाय ਉਹਦੀ उल्टी काट मार देनी, निंदा कर देनी ਉਹਦੀ, ਇਹ नहीं गल ठीक, मैनूं मन्नो मैं ठीक कहना। पर जिहड़ा मैल उतारनी है, सतगुरु की कहंदे सुण हर कथा उतारी मैल, महापुनीत भये सुख सैल। सतगुरु कहंदे ने जिहड़ी है ना मैल, ये बाणी पढ़न दे नाल हौली 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 जन्म जन्म की इस मन को मल लागी, काला हुआ स्याहो खंदली धोती उजली न हो गई, जे 100 धोवण पाहो। वो लीर जी जिहदे नाल साफ सफाई करते हैं रसोई दे अंदर, ठंडियां चीज़ां पुराने टाइम च लस्सी वाला भांडा साफ करते, मक्खण वाला, जिन्ना मर्जी धो के सुकना पा लो साबण नाल, वो मैला है ठंडियाई दा। इस तरह जिहड़ी माया की चिकनाहट चिंबड़ जाती बुद्धि के उत्ते, चिकनाहट एक चीज़ हुंदी धोतिया माड़िया पानी मारे साफ हो गई, एक वो चीज़ां जिहड़ियां चीकणियां चीकणियां चिंबड़ जाण ते फिर लहिंदियां नहीं है, रगड़ रगड़ के भी लहिंदियां, फिर वो कैमीकल नाल लाइयां जांदियां जां फिर कई भांडियां नूं घिओ ही चिंबड़ जांदा, फिर उहनूं गर्म करिए अग ते तत्ते पानी नाल धोना पैंदा। महाराज कहंदे बुद्धि दे उत्ते माया की चिकनाहट जम गई, कालख जम गई, कई चीज़ां इकट्ठियां होकर जम गईयां उत्थे। एक पासे तो माया, फिर इहदी चिकनाहट, फिर इहदा चिंबड़ना, फिर इन्हें लहना ना, फिर उसनूं असीं बाणी पढ़ पढ़ के रोज़ पाठ थोड़ा नहीं फिर बहुत करना पैंदा, सेवा करनी, फिर पाठ करना, फिर सिमरन करना। फिर सतगुरु कहंदे बुद्धि दे उत्तों मैल उतरनी शुरू हुंदी, ज्यों-ज्यों मैल उतरदी है त्यों-त्यों सुख अनुभव हुंदा। मनमुख नूं कहंदे ज्यों-ज्यों चलहै चुभै दुख पाव है, जम काल सहह सिर डंडा है, हर जन हर हर नाम समाणे, दुख जन्म मरण भव खंडा है, अविनाशी पुरख पाया परमेश्वर, बहु शोभ खंड ब्रह्मंडा है, हम गरीब मस्कीन प्रभ तेरे, हर राख राख वड वड्डा है, जन नानक नाम आधार टेक है, हर नामे ही सुख मंडा है।
ਮਹਾਰਾਜ ਕਹਿੰਦੇ ਇਸ ਤਰ੍ਹਾਂ ਆਪਾਂ ਬੁੱਧੀ ਦੇ ਉੱਤੋਂ ਚਿਕਨਾਹਟ ਵਾਲੀ ਮੈਲ ਜੋ ਚਿਪਕੀ ਪਈ ਹੈ ਉਹਨੂੰ ਉਤਾਰਨ ਲਈ ਬਹੁਤ ਜ਼ਿਆਦਾ ਅਭਿਆਸ ਦੀ ਲੋੜ ਪੈਂਦੀ, ਜਿੱਥੇ ਨਾ ਤਾਂ ਹੱਥ ਪਹੁੰਚਦਾ ਨਾ ਕੋਈ ਕੈਮੀਕਲ ਪਹੁੰਚਦਾ। ਬੁੱਧੀ ਕਿਉਂਕਿ ਸੂਖਮ ਹੀ ਇੰਨੀ ਜ਼ਿਆਦਾ ਹੈ, ਪ੍ਰਕਾਸ਼ ਰੂਪ ਹੈ, ਫਿਰ ਪ੍ਰਕਾਸ਼ ਨੂੰ ਜਿਹੜਾ ਸਫਾਈ ਕਰਨੀ ਹੈ ਉਹਨੂੰ ਫਿਲਟਰ ਕਰਨਾ ਬਹੁਤ ਔਖਾ। ਇਸ ਕਰਕੇ ਜਿਵੇਂ ਹਵਾ ਦੇ ਵਿੱਚ ਧੂੰਆਂ ਮਿਲ ਜੇ ਤੇ ਇਹਨੂੰ ਆਪਾਂ ਕਹੀਏ ਮੈਂ ਇਹਨੂੰ ਫਿਲਟਰ ਕਰਦੇ ਹਾਂ, ਇਹ ਵਿੱਚ ਮਿਕਸ ਹੋ ਜਾਂਦਾ ਹਵਾ ਦੇ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਬੁੱਧੀ ਦੇ ਉੱਤੇ ਜਿਹੜੀ ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ, ਬਹੁਤ ਭਜਨ ਬੰਦਗੀ ਸਿਮਰਨ ਕਰਨ ਦੇ ਨਾਲ ਹੀ ਉਤਰਦੀਆਂ ਨੇ। ਤਾਂ ਸਤਿਗੁਰੂ ਕਹਿੰਦੇ ਸੱਚੋ ਸੱਚ ਵਖਾਣੀਐ ਸੱਚੋ ਬੁੱਧ ਵਿਵੇਕ, ਸਰਬ ਨਿਰੰਤਰ ਰਵ ਰਹਿਆ ਜਪ ਨਾਨਕ ਜੀਵੈ ਏਕ। ਇੱਕ ਰਸ ਜੋ ਸਾਰਿਆਂ ਵਿੱਚ ਰਵਿਆ ਮਿਲ ਰਿਹਾ ਨਾ ਪ੍ਰਮਾਤਮਾ। ਮਹਾਰਾਜ ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ ਮਹਾਰਾਜ ਕਥਨ ਕਰਦੇ ਨੇ, ਅਸੀਂ ਉਸ ਇੱਕ ਨੂੰ ਹੀ ਜਪ ਕੇ ਜਿਉਂਦੇ ਹਾਂ, ਹੋਰ ਨਹੀਂ ਅਸੀਂ ਕੋਈ ਕਾਰਜ ਕਰਦੇ।